ਅੱਜ ਰਾਮਾ ਮੰਡੀ ਜਲੰਧਰ ਵਿਖੇ ਸਮਾਜ ਸੇਵੀ ਸੰਸਥਾ ਏਡਿਟ ਐਕਸ਼ਨ ਵੱਲੋਂ ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ OST ਸੈਂਟਰ ਖੋਲ੍ਹਿਆ ਗਿਆ। ਇਸ ਸੈਂਟਰ ਦਾ ਉਦਘਾਟਨ ਸਰਕਾਰੀ ਹਸਪਤਾਲ OST ਸੈਂਟਰ ਜਲੰਧਰ ਵਿਖੇ ਮੈਡੀਕਲ ਅਫਸਰ ਵਜੋਂ ਸੇਵਾਵਾਂ ਨਿਭਾ ਰਹੇ ਡਾਕਟਰ ਕੇਤਨ ਸਨੋਤਰਾ ਨੇ ਕੀਤਾ। ਉਹਨਾਂ ਨੇ ਦੱਸਿਆ ਕਿ ਜੋ ਮਰੀਜ਼ ਇੰਜੈਕਸ਼ਨ ਨਾਲ ਨਸ਼ਾ ਕਰਦੇ ਨੇ ਉਹ ਇਸ ਸੈਂਟਰ ਰਾਹੀਂ ਫ੍ਰੀ ਇਲਾਜ ਕਰਵਾ ਕੇ ਨਸ਼ੇ ਤੋਂ ਮੁਕਤੀ ਪਾ ਸਕਦੇ ਨੇ। ਡਾਕਟਰ ਕੇਤਨ ਸਨੋਤਰਾ ਜੀ ਜੋ OST ਜਲੰਧਰ ਦੇ ਵਿੱਚ ਮੈਡੀਕਲ ਅਫਸਰ ਨੇ, ਉਹ ਸਾਡੇ ਨਾਲ ਮੌਜੂਦ ਨੇ। ਅਸੀਂ ਉਹਨਾਂ ਤੋਂ ਜਾਣਦੇ ਹਾਂ ਜਿਹੜਾ ਅੱਜ ਸੈਂਟਰ ਇੱਥੇ ਖੁੱਲਿਆ, ਇਸ ਸੈਂਟਰ ਦੇ ਵਿੱਚ ਕਿਹੜੇ ਮਰੀਜ਼ ਲਾਭ ਲੈ ਸਕਦੇ ਆ ਤੇ ਇਹਨਾਂ ਦਾ ਜਿਹੜਾ ਇਲਾਜ ਆ ਕਿੰਨੇ ਟਾਈਮ ਤੱਕ ਚੱਲਣਾ ਹੈ। ਆਓ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ। ਡਾਕਟਰ ਸਾਹਿਬ, ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਿਹੜਾ ਸੈਂਟਰ ਖੁੱਲਿਆ ਹੈ ਇਹਦੇ ਵਿੱਚ ਕਿਹੜੇ ਮਰੀਜ਼ ਆ ਜਿਹੜੇ ਆਪਣੀ ਦਵਾਈ ਸ਼ੁਰੂ ਕਰਵਾ ਸਕਦੇ ਆ। ਇਹ ਦੇਖੋ ਕੁਲਦੀਪ ਜੀ, ਇਹ ਹੈਗਾ OST ਸੈਂਟਰ। ਇਹਨੂੰ ਆਪਾਂ ਕਹਾਂਗੇ ਕਿ ਓਪੀਓਇਡ ਸਬਸਟੀਟਿਊਸ਼ਨਲ ਥੈਰੇਪੀ। ਇਹਦੇ ਵਿੱਚ ਜਿਹੜੇ ਇੰਜੈਕਸ਼ਨ ਯੂਜ਼ ਕਰਦੇ ਆ ਕਲਾਇੰਟਸ ਜਾਂ ਪੇਸ਼ੈਂਟਸ, ਆਪਾਂ ਜਿਨ੍ਹਾਂ ਨੂੰ ਕਹਾਂਗੇ ਕਿ ਜਿਹੜੇ ਮੇਨਲੀ ਆਪਾਂ ਪੰਜਾਬੀ 'ਚ ਇਹਨੂੰ ਚਿੱਟਾ ਕਹਿੰਦੇ ਆ, ਹੈਰੋਇਨ, ਜਿਹੜੇ ਇੰਜੈਕਟ ਕਰਦੇ ਆ। ਇੰਜੈਕਟ ਕਰਨ ਦੇ ਕਈ ਨੁਕਸਾਨ ਨੇ। HIV ਹੋ ਸਕਦਾ ਹੈ, ਏਡਸ ਹੋ ਸਕਦਾ ਹੈ, ਫਿਰ ਕਾਲਾ ਪੀਲੀਆ HCV ਹੋ ਸਕਦਾ ਹੈ। ਉਹਨੂੰ ਅਸੀਂ ਹਾਰਮ ਰਿਡਕਸ਼ਨ ਕਰਦੇ ਹਾਂ, ਜਿਹਦੇ ਨਾਲ ਉਹ ਇਸ ਚੀਜ਼ ਤੋਂ ਦੂਰ ਹੋ ਜਾਂਦੇ ਆ ਕਿ ਐਟਲੀਸਟ ਉਹਨਾਂ ਨੂੰ ਇਹ ਬਿਮਾਰੀਆਂ ਤੋਂ ਜਿਨ੍ਹਾਂ ਦਾ ਇਲਾਜ ਬਹੁਤ ਹੀ ਔਖਾ ਵਾ, ਉਹ ਬਿਮਾਰੀਆਂ ਤੋਂ ਆਪਾਂ ਉਹਨਾਂ ਨੂੰ ਬਚਾਉਂਦੇ ਹਾਂ। ਜਿਹਦੇ ਵਿੱਚ ਆਪਾਂ ਇਹਨਾਂ ਨੂੰ ਇੱਥੇ ਬੁਪਰੀਨੋਰਫਿਨ ਦੀ ਥੈਰੇਪੀ ਦਿੰਦੇ ਹਾਂ ਅਤੇ ਉਹਦੇ ਨਾਲ ਇਹਨਾਂ ਨੂੰ ਤੋੜ ਪੈਣੀ, ਜਿਹਨੂੰ ਆਪਾਂ ਵਿਡਰੋਲ ਸਿੰਪਟਮਸ ਕਹਿੰਦੇ, ਜਿਨ੍ਹਾਂ ਨਾਲ ਤੋੜ ਹੈ ਉਹ ਇਹਨਾਂ ਨੂੰ ਨਹੀਂ ਪੈਂਦੀ। ਅਤੇ ਫਿਰ ਆਪਣੇ ਆਪ ਹੀ ਤੋੜ ਜਦੋਂ ਪਏਗੀ ਤਾਂ ਪੇਸ਼ੈਂਟ ਫਿਰ ਦੁਬਾਰਾ ਜਾਂਦਾ ਵਾ ਅਤੇ ਇੰਜੈਕਸ਼ਨ ਪੈਡਲਰ ਕੋਲ ਲੈਂਦਾ ਵਾ ਅਤੇ ਫਿਰ ਆਪਾਂ ਇੰਜੈਕਸ਼ਨ ਲਗਾਉਂਦੇ ਆ। ਜਦੋਂ ਆਪਾਂ ਉਹਨੂੰ ਤੋੜ 'ਤੇ ਕੰਮ ਕਰਦੇ ਹਾਂ ਕਿ ਪੇਸ਼ੈਂਟ ਨੂੰ ਤੋੜ ਹੀ ਨਹੀਂ ਪਈ, ਅਤੇ ਫਿਰ ਉਹ ਇੰਜੈਕਸ਼ਨ ਲਗਾਉਣਾ ਬੰਦ ਕਰ ਦਿੰਦਾ। ਡਾਕਟਰ ਸਾਹਿਬ, ਜਿਸ ਤਰ੍ਹਾਂ ਬੰਦੇ ਮੰਨ ਲਓ ਅਸੀਂ ਅੱਜ ਦਵਾਈ ਸ਼ੁਰੂ ਕਰਵਾਉਂਦੇ ਹਾਂ, ਉਹਦਾ ਇਲਾਜ ਕਿੰਨੇ ਸਮੇਂ ਤੱਕ ਚੱਲਦਾ ਹੈ? ਦੇਖੋ ਜੀ, ਇਟ ਡਿਪੈਂਡਸ। ਇਹ ਮੈਂ ਕੁਝ ਕਹਿ ਨਹੀਂ ਸਕਦਾ ਕਿ ਮੇਰੇ ਕੋਲ ਕੋਈ ਇੱਦਾਂ ਦਾ ਰਾਮਬਾਨ ਹੈ ਕਿ ਮੈਂ 6 ਮਹੀਨੇ ਦੇ ਵਿੱਚ ਪੇਸ਼ੈਂਟ ਠੀਕ ਕਰ ਦੇਵਾਂਗਾ। ਇਹ ਪੇਸ਼ੈਂਟ ਦੀ ਵਿਲ ਪਾਵਰ 'ਤੇ ਡਿਪੈਂਡ ਕਰਦਾ ਹੈ। ਸਾਡੇ ਕੋਲ ਮੈਥਡਸ ਹੁੰਦੇ ਆ ਜਿਹਦੇ ਵਿੱਚ ਅਸੀਂ ਪਹਿਲਾਂ ਲੋਡਿੰਗ ਡੋਜ਼ ਦਿੰਦੇ ਹਾਂ। ਲੋਡਿੰਗ ਡੋਜ਼ ਦਾ ਮਤਲਬ ਹੈ ਕਿ ਕੋਈ ਵੀ ਅਗਰ ਬੰਦਾ 1 ਤੋਂ 2 ਵਾਰੀ ਇੰਜੈਕਸ਼ਨ ਲਗਾਉਂਦਾ ਵਾ ਦਿਨ ਦੇ ਵਿੱਚ, ਅਸੀਂ ਉਹਨੂੰ 2 ਇੰਜੈਕਸ਼ਨ ਤੋਂ ਵੱਧ ਡੋਜ਼ ਦਿੰਦੇ ਹਾਂ ਤਾਂ ਕਿ ਉਹ ਉੱਥੋਂ ਆਪਣੇ ਇੰਜੈਕਸ਼ਨ ਦੇ ਵਿਡਰੋਲਸ ਤੋਂ ਬਾਹਰ ਆ ਸਕਣ। ਉਹਨਾਂ ਨੂੰ ਜਿਹੜਾ ਇੰਜੈਕਸ਼ਨ ਦਾ ਉਹਨਾਂ ਦਾ ਦਿਲ ਕਰਦਾ ਵਾ, ਆਪਾਂ ਉੱਥੋਂ ਨਿਕਾਲ ਕੇ ਪਹਿਲਾਂ ਗੋਲੀ 'ਤੇ ਲੈ ਕੇ ਆਈਏ, ਉਹਨੂੰ ਆਪਾਂ ਕਹਿੰਦੇ ਲੋਡਿੰਗ ਡੋਜ਼। ਫਿਰ ਜਦੋਂ ਪੇਸ਼ੈਂਟ ਬਿਲਕੁਲ ਸੈਟਿਸਫਾਈਡ ਹੋ ਜਾਂਦਾ ਹੈ ਕਿ ਸਾਡੇ ਕੋਲ ਇਹ ਗੋਲੀ ਦੇ ਨਾਲ ਮੈਂ ਬਿਲਕੁਲ ਠੀਕ ਹਾਂ, ਮੈਨੂੰ ਤੋੜ ਨਹੀਂ ਪੈਂਦੀ, ਫਿਰ ਆਪਾਂ ਉਹਨੂੰ ਮੇਨਟੇਨੈਂਸ ਡੋਜ਼ 'ਤੇ ਲੈ ਕੇ ਚੱਲਦੇ ਹਾਂ। ਉਹ ਅਸੀਂ ਮੈਡੀਸਿਨ ਪੇਸ਼ੈਂਟ ਦੇ ਨਾਲ ਗੱਲਬਾਤ ਕਰਕੇ ਹੀ ਸਾਨੂੰ ਪਤਾ ਲੱਗਦਾ ਹੈ ਕਿ ਪੇਸ਼ੈਂਟ ਸਿੱਧਾ ਹੀ ਆਪਾਂ 1 ਗੋਲੀ ਉਹਦੀ ਘਟਾ ਦਈਏ ਜਾਂ ਅੱਧੀ ਗੋਲੀ ਘਟਾਈਏ, ਪੁਆਇੰਟ ਫਰੈਕਸ਼ਨਸ ਦੇ ਵਿੱਚ ਆਪਾਂ ਉਹਨਾਂ ਦੀ ਡੋਜ਼ ਘੱਟ ਕਰਦੇ ਹਾਂ। ਇਟ ਡਿਪੈਂਡਸ ਅਪੋਨ ਦਾ ਵਿਲ ਪਾਵਰ ਆਫ ਦਾ ਪੇਸ਼ੈਂਟ ਕਿ ਉਹ ਕਿੱਦਾਂ ਆਪਣੀ ਮੈਡੀਸਿਨ ਛੱਡਣਾ ਚਾਹੁੰਦਾ ਵਾ। ਛੱਡਣ ਵਾਲੇ 6 ਮਹੀਨੇ ਦੇ ਵਿੱਚ ਵੀ ਛੱਡ ਜਾਂਦੇ ਆ, ਅਤੇ ਜੇ ਅਗਰ ਆਪਾਂ ਉਹਨੂੰ ਵਿਲ ਪਾਵਰ ਦੇਖੀਏ ਕਿ ਵਿਲ ਪਾਵਰ ਘੱਟ ਹੈ, ਉਹਨਾਂ ਨੂੰ ਸਾਲ ਵੀ ਲੱਗ ਜਾਂਦਾ ਹੈ, 12 ਮਹੀਨੇ ਵੀ, 14 ਮਹੀਨੇ ਵੀ ਲੱਗ ਜਾਂਦੇ ਆ। ਅਤੇ ਫਿਰ ਵੀ ਆਪਾਂ ਕਹਿ ਸਕਦੇ ਹਾਂ ਕਿ 2 ਸਾਲ ਤੱਕ ਆਪਾਂ ਮੋਟਾ ਅਗਰ ਆਪਾਂ ਹਿਸਾਬ ਲਾਈਏ ਅਤੇ 2 ਸਾਲ ਤੱਕ ਆਪਾਂ ਇਹਨਾਂ ਦੀ ਬਹੁਤ ਜ਼ਿਆਦਾ ਇੱਕ ਛੋਟੀ ਗੋਲੀ 'ਤੇ ਲੈ ਕੇ ਆ ਸਕਦੇ ਹਾਂ, ਜਿਹਦਾ ਕੋਈ ਨੁਕਸਾਨ ਨਹੀਂ ਹੈ। ਉਲਟਾ ਉਹਦਾ ਫਾਇਦਾ ਹੀ ਹੈ ਕਿ ਇੰਜੈਕਸ਼ਨ ਵੱਲ ਨਹੀਂ ਜਾਂਦਾ ਅਤੇ HIV ਕਾਲੇ ਪੀਲੀਏ ਤੋਂ ਬਚਾਅ ਹੈ। ਡਾਕਟਰ ਸਾਹਿਬ, ਅਸੀਂ ਕਈ ਵਾਰ ਸੁਣਦੇ ਹਾਂ ਕਿ ਬੰਦਾ ਆਪਣਾ ਇਲਾਜ ਕਰਵਾਉਣ ਤੋਂ ਬਾਅਦ ਵੀ ਨਸ਼ੇ ਵੱਲ ਚਲੇ ਜਾਂਦਾ, ਕੀ ਕਾਰਨ ਰਹਿੰਦਾ ਉਹਦਾ ਕਾਰਨ ਤਾਂ ਇਹੀ ਹੈ ਕਿ ਪੇਸ਼ੈਂਟ ਉਦੋਂ ਚਾਹੁੰਦਾ ਸੀਗਾ ਕਿ ਮੈਂ ਨਸ਼ਾ ਨਹੀਂ ਕਰਨਾ। ਉਸ ਤੋਂ ਬਾਅਦ ਉਹਦੀ ਕੰਪਨੀ ਜਿਹੜੀ ਹੈ ਮੇਨ ਰੋਲ ਰੱਖਦੀ ਹੈ ਕਿ ਅਗਰ ਉਹ ਫਿਰ ਜਾ ਕੇ ਉਹਨਾਂ ਦੇ ਕੋਲ ਬੈਠੇਗਾ ਅਤੇ ਅਸੀਂ ਆਪਣੇ ਵੱਲੋਂ ਤਾਂ ਜੋ ਵੀ ਹੈ ਆਪਾਂ ਇੱਕ ਹਿਸਾਬ ਦਾ ਜਿਹਨੂੰ ਆਪਾਂ ਕਹਿੰਦੇ ਕਿ ਵਾਸ਼ ਕਰ ਦਿੱਤਾ, ਉਦੋਂ ਉਹਦੀ ਆਦਤ ਹੀ ਖਤਮ ਕਰ ਦਿੱਤੀ ਇੰਜੈਕਸ਼ਨ ਲਗਾਉਣ ਵਾਲੀ। ਬਟ ਜੇ ਉਹ ਫਿਰ ਉੱਥੇ ਹੀ ਜਾ ਕੇ ਬੈਠੇਗਾ, ਉਹਨਾਂ ਦੇ ਉਹੀ ਫਰੈਂਡ ਸਰਕਲ ਦੇ ਵਿੱਚ ਬੈਠੇਗਾ, ਉਹ ਇੰਜੈਕਸ਼ਨ ਯੂਜ਼ ਕਰ ਰਹੇ ਹੈ, ਅਸੀਂ ਤਾਂ ਆਪਣੇ ਕਾਉਂਸਲਰਸ ਨੂੰ, ਆਪਣੇ ORWs ਨੂੰ ਵੀ ਇਹੀ ਕਹਿੰਦੇ ਹਾਂ ਕਿ ਉਹਨਾਂ ਦੇ ਥਰੂ ਉਹਨਾਂ ਨੂੰ ਵੀ ਟਰੈਕ ਕਰੋ। ਛੁੱਟੀ ਆ ਜਾਂਦੀ ਹੈ, ਐਤਵਾਰ ਛੁੱਟੀ ਆ ਜਾਂਦੀ ਹੈ, ਕੋਈ ਸਰਕਾਰੀ ਛੁੱਟੀ ਆ ਜਾਂਦੀ ਹੈ, ਉਹਨਾਂ ਦਿਨਾਂ 'ਚ ਵੀ ਸੈਂਟਰ ਖੁੱਲ੍ਹਾ ਰਹੇਗਾ ਜਾਂ ਫਿਰ ਇਹ ਸੋਮਵਾਰ ਤੋਂ ਸ਼ੁੱਕਰਵਾਰ ਹੀ ਖੁੱਲ੍ਹੇਗਾ? ਦੇਖੋ, ਪਹਿਲੇ ਜਦੋਂ ਕੋਵਿਡ ਦਾ ਟਾਈਮ ਨਹੀਂ ਸੀਗਾ, ਆਈ ਥਿੰਕ ਮਾਰਚ 2020 ਤੋਂ ਕੋਵਿਡ ਸਟਾਰਟ ਹੋਇਆ, ਉਸ ਤੋਂ ਪਹਿਲਾਂ ਕੀ ਹੁੰਦਾ ਸੀ ਕਿ ਅਸੀਂ 7 ਦਿਨ ਖੁੱਲ੍ਹੇ ਸੀ, ਐਤਵਾਰ ਵੀ ਸੈਂਟਰ ਸਾਡਾ ਖੁੱਲ੍ਹਾ ਹੁੰਦਾ ਸੀ। ਲੇਕਿਨ ਜਦੋਂ ਕੋਵਿਡ ਆਇਆ ਫਿਰ ਸਟਾਫ ਥੋੜ੍ਹਾ ਘੱਟ ਗਿਆ, ਕੁਝ ਸਟਾਫ
ਅਲਟਰਨੇਟ ਡੇਜ਼ ਤੇ ਆਉਂਦਾ ਸੀ। ਫਿਰ ਆਪਾਂ ਨੂੰ ਸੰਡੇ ਬੰਦ ਕਰਨਾ ਪਿਆ। ਕੁਝ ਸਾਡੇ ਕੋਲ ਰਸ਼ ਬਹੁਤ ਹੁੰਦਾ ਸੀ, ਜਿਹਦੇ ਕਰਕੇ ਆਪਾਂ ਇਹਨਾਂ ਨੂੰ ਟੇਕ ਹੋਮ ਮੈਡੀਸਿਨ ਦੇਣੀ ਵੀ ਸ਼ੁਰੂ ਕਰ ਦਿੱਤੀ ਕਿ ਪੇਸ਼ੈਂਟ ਆਵੇ ਸਾਡੇ ਕੋਲ, ਆਪਾਂ ਉਹਨਾਂ ਨੂੰ ਗਰੁੱਪਸ ਦੇ ਵਿੱਚ ਵੰਡ ਦਿੱਤਾ ਜਾਵੇ, ਕਿਉਂਕਿ ਆਪਾਂ ਸੋਸ਼ਲ ਡਿਸਟੈਂਸਿੰਗ ਵੀ ਮੇਨਟੇਨ ਕਰਨੀ ਸੀ। ਫਿਰ ਆਪਾਂ ਇਹਨਾਂ ਨੂੰ ਗਰੁੱਪਸ ਦੇ ਵਿੱਚ ਵੰਡ ਕੇ ਫਿਰ ਆਪਾਂ ਇਹਨਾਂ ਨੂੰ ਟੇਕ ਹੋਮ ਗੋਲੀ ਦੇਣੀ ਸ਼ੁਰੂ ਕਰ ਦਿੱਤੀ, ਤਾਂ ਕਿ ਇਹ ਇੱਕ ਵਾਰੀ ਪੇਸ਼ੈਂਟ ਆਇਆ ਤੇ 7 ਦਿਨ ਜਾਂ 10 ਦਿਨ ਆਪਣੇ ਘਰ ਰਵੇ। ਜਿਹੜੇ ਪੇਸ਼ੈਂਟ ਬਹੁਤ ਰੈਗੂਲਰ ਸੀਗੇ ਆਪਾਂ ਉਹਨਾਂ ਨੂੰ ਜ਼ਿਆਦਾ ਦਿਨ ਦੀ ਗੋਲੀ ਦੇ ਦਿੰਦੇ ਸੀ, 10 ਦਿਨ ਦੀ। ਜਿਹੜੇ ਪੇਸ਼ੈਂਟ ਨਹੀਂ ਰੈਗੂਲਰ ਸੀਗੇ, ਵਿੱਚ ਛੁੱਟੀ ਕਰਦੇ ਸੀ ਜਾਂ ਵਿੱਚ ਇੰਜੈਕਸ਼ਨ ਯੂਜ਼ ਕਰਦੇ ਸੀ, ਉਹਨਾਂ ਨੂੰ ਆਪਾਂ ਰੋਜ਼ ਬੁਲਾ ਲੈਂਦੇ ਸੀ। ਹੁਣ ਇਹ ਵੀ ਡਿਪੈਂਡ ਕੁਲਦੀਪ ਜੀ ਕਰਦਾ ਵਾ ਕਿ ਜਿੱਦਾਂ ਪੇਸ਼ੈਂਟ ਦਾ ਜਿੱਦਾਂ ਦਾ ਬਿਹੇਵੀਅਰ ਹੈ, ਠੀਕ ਹੈ ਜੀ। ਤੇ ਹੁਣ ਛੁੱਟੀਆਂ ਦਾ ਜਿਹੜਾ ਹੈਗਾ ਵਾ ਅਸੀਂ ਇਦਾਂ ਕਰਦੇ ਹਾਂ, ਜਿਹੜੇ ਤੇ ਪੇਸ਼ੈਂਟ ਡੇਲੀ ਆਉਂਦੇ ਆ ਉਹ ਛੁੱਟੀ ਵਾਲਾ ਦਿਨ ਅਸੀਂ ਪਹਿਲਾਂ ਹੀ ਦੇਖ ਲਈਦਾ ਕਿ ਸੰਡੇ ਆ ਰਿਹਾ ਜਾਂ ਗੈਜਟਡ ਹੌਲੀਡੇ ਆ ਰਹੀ ਹੈ, ਉਹਨਾਂ ਨੂੰ ਆਪਾਂ ਇੱਕ ਦਿਨ ਦੀ ਐਡਵਾਂਸ ਗੋਲੀ ਦੇ ਦਿੱਤੀ ਹੈ। ਜਿਹੜੇ ਪੇਸ਼ੈਂਟ ਰੈਗੂਲਰ ਨੇ, ਜਿਨ੍ਹਾਂ ਦਾ ਬਿਹੇਵੀਅਰ ਅੱਛਾ ਹੈਗਾ ਇਸ ਚੀਜ਼ ਦੇ ਵਿੱਚ ਕਿ ਹਾਂ ਗੋਲੀ ਹੀ ਖਾ ਰਹੇ ਆ, ਉਹ ਨਸ਼ੇ ਵਾਲੇ ਪਾਸੇ ਨਹੀਂ ਜਾ ਰਹੇ, ਉਹਨਾਂ ਨੂੰ ਅਸੀਂ ਟੇਕ ਹੋਮ ਵੀ ਦਿੰਦੇ ਹਾਂ। ਕਿਸੇ ਨੂੰ 7 ਦਿਨ ਦੀ ਦਿੰਦੇ ਹਾਂ, ਕਿਸੇ ਨੂੰ 10 ਦਿਨ ਦੀ ਦਿੰਦੇ ਹਾਂ, ਡਿਪੈਂਡਸ ਅਪੋਨ देयर ਬਿਹੇਵੀਅਰ ਐਂਡ ਡਿਸਟੈਂਸਿੰਗ ਸਾਡੇ ਕੋਲ ਮੇਨਟੇਨ ਰਵੇ। ਇਹ ਸੀ ਡਾਕਟਰ ਕੇਤਨ ਜੀ, ਜੋ ਸਿਵਲ ਹਸਪੀਟਲ ਜਲੰਧਰ ਦੇ ਵਿੱਚ ਮੈਡੀਕਲ ਅਫਸਰ ਨੇ। ਉਹਨਾਂ ਨੇ ਦੱਸਿਆ ਕਿ ਜਿਹੜਾ ਸੈਂਟਰ ਖੁੱਲ੍ਹਿਆ ਹੈ, ਜਿਹੜੇ ਮਰੀਜ਼ ਇੰਜੈਕਸ਼ਨ ਨਾਲ ਨਸ਼ਾ ਕਰਦੇ ਨੇ ਉਹ ਆਪਣਾ ਇਲਾਜ ਆਪਣਾ ਇੱਥੋਂ ਫ੍ਰੀ ਕਰਵਾ ਸਕਦੇ ਨੇ। ਜਲੰਧਰ ਤੋਂ ਕੈਮਰਾਮੈਨ ਸੁਰਿੰਦਰ ਨਾਲ ਕੁਲਦੀਪ ਦੀ ਰਿਪੋਰਟ।